ਸਾਹਿਬ ਜੀ। ਬਿਲਾਵਲ ਗੂੰਡ ਭਗਤ ਨਾਮਦੇਵ ਜੀ। ਸੋ ਅੱਜ ਭਗਤ ਨਾਮਦੇਵ ਜੀ ਦਾ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 874 ਅੰਗ ਤੇ ਦਰਜ ਹੈ। ਜੋ ਮੇਨ ਭਗਤ ਨਾਮਦੇਵ ਜੀ ਪਾਂਡੇ ਨੂੰ ਸੰਬੋਧਨ ਕਰਕੇ ਕਹਿੰਦੇ ਹਨ ਕਿ ਆਰੰਭ ਵਾਲੀ ਪੰਕਤੀ ਕਿਵੇਂ ਹੈ। ਆਜ ਨਾਮੇ ਬੀਠਲ ਦੇਖਿਆ, ਮੂਰਖ ਕੋ ਸਮਝਾਉ ਰੇ ਰਹਾਉ। ਹੇ ਪਾਂਡੇ, ਮੈਂ ਤਾਂ ਇਸ ਜਨਮ ਦੇ ਵਿੱਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ, ਪਰ ਤੂੰ ਮੂਰਖ ਹੀ ਰਹੇ ਹੋ, ਤੈਨੂੰ ਦਰਸ਼ਨ ਨਹੀਂ ਹੋਇਆ। ਆ ਮੈਂ ਤੈਨੂੰ ਮੂਰਖ ਨੂੰ ਸਮਝਾਵਾਂ ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ। ਰਹਾਉ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ। ਹੇ ਪਾਂਡੇ, ਪਹਿਲਾਂ ਤਾਂ ਜਿਸ ਗਾਇਤਰੀ ਦਾ ਤੂੰ ਪਾਠ ਕਰਦਾ ਹੈ ਉਸੇ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ ਤੇਰੀ ਗਾਇਤਰੀ ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈ ਕਿ ਇੱਕ ਵਾਰੀ ਸ਼ਰਾਬ ਦੇ ਕਾਰਨ ਇਹ ਗਾਇਤਰੀ ਗਊ ਦੇ ਜੂਨ ਵਿੱਚ ਆ ਕੇ ਇੱਕ ਲੋਧੇ ਜੱਟ ਦੀ ਪੈਲੀ ਖਾਣ ਲੱਗ ਪਈ, ਉਸ ਦੀ ਫਸਲ ਖਾਣ ਲੱਗ ਪਈ। ਤੇ ਫਿਰ ਅੱਗੋਂ ਲੋਧੇ ਜੱਟ ਨੇ ਕੀ ਕੀਤਾ ਹੈ, ਕਹਿੰਦੇ ਲੈ ਕਾਠੇ ਗਾ ਟਗਰੀ ਤੋਰੀ, ਲਾਂਗਤ ਲਾਂਗਤ ਜਾਤੀ ਥੀ। ਫਿਰ ਕਹਿੰਦੇ ਉਸ ਲੋਧੇ ਜੱਟ ਨੇ ਉਸਨੇ ਸੋਟਾ ਲੈ ਕੇ ਇਸ ਗਾਇਤਰੀ ਦੇ ਮਾਰਿਆ, ਗਊ ਦੇ ਮਾਰਿਆ ਤੇ ਲੱਤ ਤੋੜ ਦਿੱਤੀ ਤੇ ਲੰਗਾ ਲੰਗਾ ਕੇ ਇਹ ਗਊ ਤੁਰਨ ਲੱਗੀ ਹੈ। ਫਿਰ ਕਹਿੰਦੇ ਪਾਂਡੇ ਤੁਮਰਾ ਮਹਾਦੇਵ, ਧੌਲੇ ਬਲਦ ਚੜਿਆ ਆਵਤ ਦੇਖਿਆ ਥਾ। ਹੇ ਪਾਂਡੇ, ਫਿਰ ਤੂੰ ਜਿਸ ਸ਼ਿਵ ਜੀ ਦੀ ਆਰਾਧਨਾ ਕਰਦਾ ਹੈ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈ ਤੇ ਆਖਦਾ ਕਿ ਗੁੱਸੇ ਦੇ ਵਿੱਚ ਆ ਕੇ ਉਹ ਸ਼ਰਾਪ ਦੇ ਦਿੰਦਾ ਹੈ, ਭਸਮ ਕਰ ਦਿੰਦਾ ਹੈ। ਤੇ ਐਸੇ ਸ਼ਿਵ ਜੀ ਦੇ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈ। ਮੋਦੀ ਕੇ ਘਰ ਖਾਣਾ ਪਾਕਾ, ਵਾਕਾ ਲੜਕਾ ਮਾਰਿਆ ਥਾ। ਫਿਰ ਕਹਿੰਦੇ ਤੇਰਾ ਸ਼ਿਵ ਹੈ ਤੇ ਜਿਸ ਬਾਰੇ ਤੂੰ ਆਪ ਹੀ ਆਖਦਾ ਹੈ, ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ ਤੇ ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ। ਭਾਵ ਤੂੰ ਦੱਸਦਾ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਹਨ, ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ ਤੇ ਸ਼ਿਵ ਜੀ ਨੇ ਸ਼ਰਾਪ ਦੇ ਕੇ ਜਿਸ ਨੇ ਭੋਜਨ ਛਕਾਉਣਾ ਸੀ ਤੇ ਉਸ ਦਾ ਮੁੰਡਾ ਮਾਰ ਦਿੱਤਾ। ਪਾਂਡੇ ਤੁਮਰਾ ਰਾਮਚੰਦ, ਸੋ ਪੀ ਆਵਤ ਦੇਖਿਆ ਥਾ। ਹੇ ਪਾਂਡੇ, ਤੇਰੇ ਸ੍ਰੀ ਰਾਮਚੰਦਰ ਜੀ ਵੀ ਆਉਂਦੇ ਵੇਖੇ ਹਨ। ਭਾਵ ਜਿਸ ਸ੍ਰੀ ਰਾਮਚੰਦਰ ਜੀ ਦੀ ਤੂੰ ਉਪਾਸਨਾ ਕਰਦਾ ਹੈ ਉਹਨਾਂ ਦੀ ਬਾਬਤ ਵੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ ਰਾਵਣ ਸੇ ਤੀ ਸਰਵਰ ਹੋਈ, ਘਰ ਕੀ ਜੋਏ ਗਵਾਈ ਥੀ। ਕਿ ਰਾਵਣ ਦੇ ਨਾਲ ਉਹਨਾਂ ਦੀ ਲੜਾਈ ਹੋ ਗਈ
ਕਿਉਂਕਿ ਰਾਮਚੰਦਰ ਜੀ ਦੀ ਪਤਨੀ ਸੀਤਾ ਜੀ ਨੂੰ ਰਾਮਚੰਦਰ ਜੀ ਗਵਾ ਬੈਠੇ ਸਨ ਕਿ ਰਾਵਣ ਉਹਨਾਂ ਨੂੰ ਚੁੱਕ ਕੇ ਲੈ ਗਏ ਸਨ। ਫਿਰ ਅੱਗੇ ਕਹਿੰਦੇ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਭਾਵ ਤੁਰਕੂ ਮੁਸਲਮਾਨ। ਸੋ ਹਿੰਦੂ ਦੋਵਾਂ ਅੱਖਾਂ ਗਵਾ ਬੈਠਾ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖਰਾਬ ਹੋਈ ਹੈ। ਤੇ ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ ਪ੍ਰਭੂ ਦੀ ਹਸਤੀ ਦਾ ਸਹੀ ਗਿਆਨ ਹੋ ਗਿਆ, ਪ੍ਰਭੂ ਦੇ ਮਾਰਗ ਦਾ ਚਾਨਣ ਹੋ ਗਿਆ। ਹਿੰਦੂ ਪੂਜੈ ਦਿਓਹਰਾ, ਮੁਸਲਮਾਨ ਮਸੀਤ। ਭਾਵ ਹਿੰਦੂ ਨੇ ਇੱਕ ਅੱਖ ਤਾਂ ਉਦੋਂ ਗਵਾਈ ਜਦੋਂ ਆਪਣੇ ਇਸ਼ਟ ਬਾਰੇ, ਆਪਣੇ ਗੁਰੂ ਬਾਰੇ ਸ਼ਰਧਾਹੀਨ ਹੋਇਆ ਤੇ ਸ਼ਰਧਾਹੀਨ ਕਹਾਣੀਆਂ ਘੜਨ ਲੱਗ ਪਿਆ। ਤੇ ਦੂਜੀ ਅੱਖ ਉਦੋਂ ਗਵਾਈ ਹੈ ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਦੇ ਵਿੱਚ ਬੈਠਾ ਸਮਝ ਕੇ ਤੇ ਮੰਦਰ ਨੂੰ ਪੂਜਣ ਲੱਗ ਪਿਆ। ਤੇ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਵਿੱਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ, ਪਰ ਦੂਜੀ ਗਵਾ ਬੈਠਾ ਕਿਉਂਕਿ ਰੱਬ ਨੂੰ ਨਿਰਾ ਮਸਜਿਦ ਦੇ ਵਿੱਚ ਜਾਣ ਕੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਤੇ ਭਗਤ ਜੀ ਕਹਿੰਦੇ ਹਨ ਨਾਮੇ ਸੋਈ ਸੇਵਿਆ, ਜਹ ਦਿਓਹਰਾ ਨਾਮ ਸੀਤ। ਭਗਤ ਨਾਮਦੇਵ ਜੀ ਕਹਿੰਦੇ ਨੇ ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਜਿਸ ਦਾ ਨਾ ਕੋਈ ਖਾਸ ਮੰਦਰ ਹੈ ਤੇ ਨਾ ਕੋਈ ਮਸਜਿਦ ਹੈ, ਜੋ ਸਭ ਥਾਵਾਂ 'ਤੇ ਰਮਿਆ ਹੋਇਆ, ਸਭ ਥਾਵਾਂ 'ਤੇ ਪ੍ਰਗਟ ਹੈ। ਨਾਮੇ ਸੋਈ ਸੇਵਿਆ, ਜਹ ਦਿਓਹਰਾ ਨਾਮ ਸੀਤ। ਭਾਵ ਨਾ ਕੋਈ ਮੰਦਰ ਦੇ ਵਿੱਚ ਹੈ ਤੇ ਨਾ ਕੋਈ ਮਸਜਿਦ ਦੇ ਵਿੱਚ ਹੈ, ਪਰਮਾਤਮਾ ਹਰ ਜਗ੍ਹਾ ਦੇ ਵਿੱਚ ਰਮਿਆ ਹੋਇਆ ਹੈ, ਪ੍ਰਗਟ ਹੈ। ਸੋ ਇਸ ਲਈ ਭਗਤ ਨਾਮਦੇਵ ਜੀ ਨੇ ਕਿਹਾ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ। ਭਾਵ ਜਿਨ੍ਹਾਂ ਨੇ ਪਰਮਾਤਮਾ ਨੂੰ ਸਮਝ ਲਿਆ ਉਸ ਮਾਰਗ 'ਤੇ ਚੱਲਦੇ ਹਨ, ਜਿਨ੍ਹਾਂ ਨੇ ਪਰਮਾਤਮਾ ਨੂੰ ਪਾ ਲਿਆ ਉਹ ਹੀ ਸਿਆਣਾ ਹੈ। ਸੋ ਇਸ ਸ਼ਬਦ ਦੇ ਵਿਚਾਰ ਕਰਦਿਆਂ ਹੋਇਆ ਅਨੇਕਾਂ ਭੁੱਲਾਂ ਹੋ ਗਈਆਂ ਹਨ, ਪਰਮਾਤਮਾ ਬਖਸ਼ਣਯੋਗ ਹਨ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।